हो रही है तो विकास के लिए रेता बजरी भी जरूरी है। खास तौर पर जो तुम अपने घर का विकास करना चाहते हो, मकान बनाना चाहते हो, तो हुण खबर रेते बजरी के नाल जुड़ी हुई। जी आम जनता तुहाडे नाल जुड़ी हुई है। मान सरकार ने मोहाली दे विच रेता बजरी विक्री केंद्र का आगाज कर दिता है, जिथे हुण आसानी दे नाल लोग रेता बजरी खरीद सकणगे। इस दौरान माइनिंग मंत्री हरजोत बैंस ने वड्डा दावा किया ते कहा कि पंजाब दे विच 90% नजायज माइनिंग बंद कर दी गई है। ਹੁਣ ਮੋਹਾਲੀ ਤੇ ਹੋਰ ਨੇੜਲੇ ਇਲਾਕੇ ਦੇ ਲੋਕਾਂ ਨੂੰ ਰੇਤ ਬਜਰੀ ਖਰੀਦਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ, ਕਿਉਂਕਿ ਮੋਹਾਲੀ 'ਚ ਪੰਜਾਬ ਸਰਕਾਰ ਦਾ ਪਹਿਲਾ ਰੇਤਾ ਬਜਰੀ ਵਿਕਰੀ ਕੇਂਦਰ ਖੁੱਲ ਚੁੱਕਾ ਹੈ, ਜਿਸ ਦਾ ਉਦਘਾਟਨ ਕਰਨ ਖੁਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਪਹੁੰਚੇ। ਇਸ ਦੌਰਾਨ ਬੈਂਸ ਨੇ ਜਾਣਕਾਰੀ ਦਿੱਤੀ ਕਿ ਇਸ ਕੇਂਦਰ ਤੋਂ ਸਰਕਾਰੀ ਰੇਟ ਤੇ 28 ਰੁਪਏ ਪ੍ਰਤੀ ਫੁੱਟ ਰੇਤਾ ਮਿਲੇਗਾ। ਖੱਡ ਤੋਂ 9 ਰੁਪਏ ਅਤੇ ਕ੍ਰਸ਼ਰ ਤੋਂ 20 ਰੁਪਏ ਦੇ ਵਿੱਚ ਰੇਤਾ ਉਪਲਬਧ ਹੋਵੇਗਾ। ਇੱਥੇ ਬਾਹਰ ਟਿੱਪਰ ਵਗੈਰਾ ਵੀ ਖੜੇ ਨੇ ਜੀ, ਤੁਸੀਂ ਆਪਣਾ ਵਹੀਕਲ ਵੀ ਲੈ ਕੇ ਆ ਸਕਦੇ ਹੋ। ਇੱਥੇ ਜਿਹੜਾ ਰੇਟ ਆ ਉਹ 28 ਰੁਪਏ ਰੱਖਿਆ ਗਿਆ, ਕਿਉਂਕਿ ਅਸੀਂ ਜਿੱਥੋਂ ਅਸੀਂ ਲੈ ਕੇ ਆ ਰਹੇ ਹਾਂ ਟਰਾਂਸਪੋਰਟੇਸ਼ਨ ਪੈ ਰਹੀ ਹੈ, ਤਾਂ ਇੱਥੇ 28 ਰੁਪਏ ਰੱਖਿਆ ਗਿਆ। ਤੇ ਸਪੈਸੀਫਿਕਲੀ ਅਸੀਂ ਨਿਊ ਚੰਡੀਗੜ੍ਹ ਦੇ ਇਸ ਹਿੱਸੇ ਨੂੰ ਇਸ ਕਰਕੇ ਚੁਣਿਆ ਤਾਂ ਕਿ ਆਸ-ਪਾਸ ਬਹੁਤ ਸਾਰਾ ਕੰਸਟਰਕਸ਼ਨ ਐਕਟੀਵਿਟੀ ਹੋ ਰਹੀ ਹੈ, ਕਿਉਂਕਿ ਜਦੋਂ ਨੇੜੇ ਤੇੜੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਨੇੜੇ ਪਵੇ ਤੇ ਇੱਥੇ 2-3 ਹਜ਼ਾਰ ਰੁਪਏ ਦੇ ਕਿਰਾਏ ਨਾਲੋਂ ਆਪਣੇ ਕੋਲ ਉਹਨਾਂ ਦੇ ਕੋਲ ਸਮਾਨ ਪਹੁੰਚ ਜਾਵੇ। ਇਦਾਂ ਦੇ ਸੇਲ ਸੈਂਟਰ ਸਾਡੀ ਕੋਸ਼ਿਸ਼ ਹੈ ਹਰ ਜ਼ਿਲ੍ਹੇ 'ਚ, ਪਰ ਪ੍ਰਾਇੋਰਟੀ ਹੈ ਲੁਧਿਆਣਾ ਤੇ ਜਲੰਧਰ। ਮੰਤਰੀ ਹਰਜੋਤ ਬੈਂਸ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ 'ਚ 90% ਨਾਜਾਇਜ਼ ਮਾਈਨਿੰਗ ਬੰਦ ਹੋਈ ਹੈ ਤੇ ਰਾਤ ਨੂੰ ਮਾਈਨਿੰਗ ਕਰਨ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਰਾਤ ਨੂੰ ਮਾਈਨਿੰਗ ਕੀਤੀ ਤਾਂ ਟਿੱਪਰ ਮਾਲਕ ਤੇ 2 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਤੇ ਜੁਰਮਾਨਾ ਨਾ ਭਰਨ ਤੇ ਟਿੱਪਰ ਨਿਲਾਮ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਅੱਗੇ ਰੇਤ 15-16 ਰੁਪਏ ਤੇ ਬਜਰੀ 20 ਰੁਪਏ ਪ੍ਰਤੀ ਫੁੱਟ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇ ਸਾਨੂੰ ਕੋਈ ਵੀ ਟਿੱਪਰ, ਕੋਈ ਟਰਾਲੀ, ਕੋਈ ਵੀ ਵਹੀਕਲ ਸੜਕ ਤੇ ਮਿਲ ਗਿਆ ਜਿਹਦੇ ਨੂੰ ਰੋਕੇ ਜਾਣ ਦੇ ਉੱਤੇ ਜਿਹਦੇ ਕੋਲ ਕਾਗਜ਼ ਨਾ ਹੋਏ, ਤਾਂ ਅਸੀਂ ਉਹਦਾ 2 ਲੱਖ ਰੁਪਏ ਜੁਰਮਾਨਾ ਕਰਾਂਗੇ। ਕੋਈ ਪਰਚਾ ਨਹੀਂ, ਗੱਡੀ ਬਾਉਂਡ, 2 ਲੱਖ ਰੁਪਏ ਜੁਰਮਾਨਾ। 2 ਲੱਖ ਰੁਪਏ 14 ਦਿਨ 'ਚ ਤਾਂ ਛੁੱਟੂਗੀ, ਜੇ ਅਗਰ ਨਹੀਂ ਦਿੰਦੇ 14 ਦਿਨ ਬਾਅਦ ਉਹਨੂੰ ਆਕਸ਼ਨ ਕਰ ਦਿਓ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਵੱਡਾ ਮੁੱਦਾ ਰਿਹਾ ਹੈ। ਇਸ ਦੇ ਵਿਚਾਲੇ ਸਰਕਾਰ ਨੇ ਜਿੱਥੇ 90% ਨਾਜਾਇਜ਼ ਮਾਈਨਿੰਗ ਬੰਦ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਰੇਤਾ ਬਜਰੀ ਵਿਕਰੀ ਕੇਂਦਰ ਖੋਲ੍ਹ ਕੇ ਆਮ ਜਨਤਾ ਨੂੰ ਵੀ ਵੱਡੀ ਸਹੂਲਤ ਦਿੱਤੀ ਹੈ। ਮੋਹਾਲੀ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਰੇਤਾ ਬਜਰੀ ਤਾਂ ਸਿੱਧਾ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਔਰ ਜਦੋਂ ਘਰ ਕਿਸੇ ਨੇ ਬਣਾਉਣਾ ਹੋਵੇ ਬਹੁਤ ਸੁਪਨੇ ਦੇਖੇ ਹੁੰਦੇ ਨੇ, ਪਰ ਰੇਤਾ ਤੇ ਬਜਰੀ ਜੇਕਰ ਮਹਿੰਗੇ ਹੋ ਜਾਣ ਤਾਂ ਫਿਰ ਲਾਗਤ ਕਈ ਗੁਣਾ ਵੱਧ ਸਕਦੀ ਹੈ। ਸੋਚ ਕੇ ਦੇਖੋ ਕਿ ਜਿਹੜਾ ਰੇਤਾ 28 ਰੁਪਏ ਕਿਹਾ ਜਾ ਰਿਹਾ, ਜੇਕਰ ਇਹ ਦੁੱਗਣੇ ਰੇਟ ਦੇ ਉੱਤੇ ਮਿਲੇ ਤਾਂ ਫਿਰ ਕਿੰਨੀ ਜ਼ਿਆਦਾ ਇਨਵੈਸਟਮੈਂਟ ਤੁਹਾਨੂੰ ਆਪਣਾ ਮਕਾਨ ਬਣਾਉਣ ਦੇ ਵਿੱਚ ਕਰਨੀ ਹੋਏਗੀ। ਖੈਰ ਦਾਅਵਾ ਹੀ ਹੋ ਰਿਹਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਇਸ ਤਰੀਕੇ ਦੇ ਹੀ ਖੋਲੇ ਜਾਣਗੇ ਵਿਕਰੀ ਕੇਂਦਰ, ਜਿੱਥੋਂ ਲੋਕ ਰੇਤਾ ਲੈ ਸਕਣਗੇ, ਬਜਰੀ ਖਰੀਦ ਸਕਣਗੇ, ਔਰ ਉਮੀਦ ਕਰਦੇ ਹਾਂ ਕਿ ਜਲਦ ਇਹ ਵਿਕਰੀ ਕੇਂਦਰ ਵੱਖ-ਵੱਖ ਥਾਵਾਂ ਦੇ ਉੱਤੇ ਖੁੱਲ ਜਾਣ। ਉਧਰ ਸੋਮਵਾਰ ਦੀ ਸਵੇਰ ਪੰਜਾਬ ਦੀ ਸੰਗੀਤ ਸਨਅਤ ਦੇ ਉੱਤੇ 2 ਵੱਡੇ ਚਿਹਰਿਆਂ ਦੇ ਲਈ ਇਨਕਮ ਟੈਕਸ ਮਹਿਕਮੇ ਦੀ ਦਸਤਕ ਦੇ ਨਾਲ ਸ਼ੁਰੂ ਹੋਈ। ਕਮਰ ਗਰੇਵਾਲ ਅਤੇ ਰਣਜੀਤ ਬਾਵਾ ਪੰਜਾਬ ਦੇ 2 ਵੱਡੇ ਨਾਮ ਨੇ ਸਿੰਗਿੰਗ ਖੇਤਰ ਦੇ, ਤੇ ਪੰਜਾਬ ਦੇ ਵਿੱਚ ਮੌਜੂਦ ਸਾਰੇ ਹੀ ਟਿਕਾਣਿਆਂ ਦੇ ਉੱਤੇ, ਉਹਨਾਂ ਦੇ ਟਿਕਾਣਿਆਂ ਦੇ ਉੱਤੇ ਇੱਕੋ ਵਕਤ ਛਾਪੇਮਾਰੀ ਹੋਈ। ਇਨਕਮ ਟੈਕਸ ਮਹਿਕਮੇ ਨੇ ਕੁਝ ਦਸਤਾਵੇਜ਼ ਜਾਂਚ ਦੇ ਲਈ ਕਬਜ਼ੇ ਦੇ ਵਿੱਚ ਲਏ ਨੇ। 5 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੋਹਾਲੀ ਦੇ ਵਿੱਚ, ਬਟਾਲਾ ਦੇ ਵਿੱਚ, ਔਰ ਜਿਹੜਾ ਮੋਹਾਲੀ ਦਾ ਰਣਜੀਤ ਬਾਵਾ ਦਾ ਮੋਹਾਲੀ ਵਾਲਾ ਘਰ ਹੈ, ਬਟਾਲੇ ਵਾਲਾ ਘਰ ਹੈ, ਦੋਵਾਂ ਦੇ ਉੱਤੇ ਛਾਪੇਮਾਰੀ ਹੋਈ ਹੈ। ਕਮਰ ਗਰੇਵਾਲ ਦੇ ਵੀ ਕੁਝ ਇਸ ਤਰੀਕੇ ਨਾਲ ਹੀ ਮੋਹਾਲੀ ਦੇ ਵਿੱਚ ਵੀ ਹੋਈ ਰੇਡ, ਤੇ ਉਹਨਾਂ ਦੇ ਜਿਹੜੇ ਜੱਦੀ ਪਿੰਡ ਆ ਉੱਥੇ ਵੀ ਇਨਕਮ ਟੈਕਸ ਦਾ ਜਿਹੜਾ ਅਮਲਾ ਪਹੁੰਚਿਆ ਹੋਇਆ ਸੀ। ਤਾਂ 2 ਪੰਜਾਬ ਦੇ ਵੱਡੇ ਸਿੰਗਰ ਨੇ, ਰਣਜੀਤ ਬਾਵਾ ਵੀ ਔਰ ਕਮਰ ਗਰੇਵਾਲ ਵੀ। ਕਮਰ ਗਰੇਵਾਲ ਸੂਫੀ ਗਾਣਿਆਂ ਲਈ ਵੀ ਜਾਣੇ ਜਾਂਦੇ ਨੇ, ਤੇ ਦੂਜੇ ਪਾਸੇ ਰਣਜੀਤ ਬਾਵਾ ਦਾ ਅਸੀਂ ਜ਼ਿਕਰ ਕਰੀਏ, ਜਿਹੜੇ ਪੌਪ ਜ਼ਬਰਦਸਤ ਹਿੱਟ ਉਹਨਾਂ ਨੇ ਦਿੱਤੇ ਨੇ, ਤੇ ਕੁਝ ਸਮਾਜ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਨਾਲ ਜੁੜੇ ਹੋਏ ਵੀ ਰਣਜੀਤ ਬਾਵਾ ਦੇ ਜਿਹੜੇ ਬਹੁਤ ਸਾਰੇ ਸੌਂਗਸ ਨੇ ਖੂਬ ਚਰਚਾ ਦਾ ਵਿਸ਼ਾ ਰਹੇ ਨੇ। ਇਨਫੈਕਟ ਰਣਜੀਤ ਬਾਵਾ ਫਿਲਮਾਂ ਦੇ ਵਿੱਚ ਵੀ ਖੂਬ ਹੱਥ ਅਜ਼ਮਾਉਂਦੇ ਰਹੇ ਨੇ। ਤਾਂ ਵੱਡੇ ਨਾਮ ਨੇ ਦੋਵੇਂ ਪੰਜਾਬ ਦੇ ਵਿੱਚ ਇੰਡਸਟਰੀ ਦੇ, ਤੇ ਉਹਨਾਂ ਦੇ ਉੱਤੇ ਇਨਕਮ ਟੈਕਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਰੇਡ ਕੀਤੀ ਗਈ ਹੈ। ਕਨਵਰ ਗਰੇਵਾਲ ਅਤੇ ਰਣਜੀਤ ਬਾਵਾ ਪੰਜਾਬ ਦੀ ਸੰਗੀਤ ਸਨਅਤ ਦੇ ਅਜਿਹੇ 2 ਚਿਹਰੇ ਜਿਹੜੇ ਕਿਸੇ ਤਾਰੁਫ ਦੇ ਮੁਤਾਜ ਨਹੀਂ, ਪਰ ਸੋਮਵਾਰ ਦੀ ਸਵੇਰ ਇਹਨਾਂ ਦੋਵਾਂ ਦਾ ਤਾਰੁਫ ਜਿਸ ਟੀਮ ਦੇ ਨਾਲ ਹੋਇਆ ਉਸ ਨੂੰ ਪਹਿਲਾਂ ਇਹ ਸ਼ਾਇਦ ਕਦੇ ਮਿਲੇ ਵੀ ਨਹੀਂ ਹੋਣੇ। ਇਹ ਟੀਮ ਸੀ
ਇਨਕਮ ਟੈਕਸ ਮਹਿਕਮੇ ਦੀ, ਜਿਸ ਨੇ ਦੋਵਾਂ ਦੇ ਤਕਰੀਬਨ ਸਾਰੇ ਹੀ ਟਿਕਾਣਿਆਂ ਤੇ ਇਕੱਠੇ ਦਸਤਕ ਦਿੱਤੀ। ਕਮਰ ਗਰੇਵਾਲ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਦੇ ਵਿੱਚ ਕਮਰ ਦੇ ਜੱਦੀ ਘਰ ਤੋਂ ਇਲਾਵਾ ਮੋਹਾਲੀ ਦੇ ਸੈਕਟਰ 104 ਦੇ ਵਿੱਚ ਮੌਜੂਦ ਤਾਜ ਅਪਾਰਟਮੈਂਟਸ ਤੇ ਫਲੈਟ ਨੰਬਰ 102 ਤੇ ਵੀ ਇਨਕਮ ਟੈਕਸ ਮਹਿਕਮੇ ਦੀ ਟੀਮ ਨੇ ਦਬਿਸ਼ ਦਿੱਤੀ। ਪੰਜਾਬੀ ਸਿੰਗਰ ਕਮਰ ਗਰੇਵਾਲ ਦੇ ਘਰ ਦੇ ਅਸੀਂ ਬਾਹਰ ਆ, ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੈ। ਸੁਬਹ ਤੋਂ ਲੈ ਕੇ ਹੁਣ ਤੱਕ ਜਿਹੜੀ ਅੰਦਰ ਹੈ ਉਹ ਜਾਂਚ ਚੱਲ ਰਹੀ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਇਨਕਮ ਕਮਰ ਗਰੇਵਾਲ ਨੂੰ ਹੈ ਤੇ ਕਿਸ ਤਰ੍ਹਾਂ ਦੇ ਜਿਹੜੇ ਸਰੋਤ ਨੇ ਉਹ ਇਸ ਦੇ ਕੋਲ ਨੇ ਔਰ ਕਿੰਨਾ ਟੈਕਸ ਹੈ ਜਿਹੜਾ ਸਰਕਾਰ ਨੂੰ ਪੇ ਕੀਤਾ ਜਾਂਦਾ ਹੈ। ਜਾ ਕੇ ਤੁਹਾਨੂੰ ਦੱਸ ਦਈਏ ਕਿ ਕਮਰ ਗਰੇਵਾਲ ਦੇ ਹੋਰ ਵੀ ਟਿਕਾਣਿਆਂ ਦੇ ਉੱਪਰ ਅਲੱਗ-ਅਲੱਗ ਡਿਪਾਰਟਮੈਂਟਾਂ ਦੀ ਰੇਟ ਹੋਈ ਸੀ। ਖਾਸ ਤੌਰ ਤੇ ਬਠਿੰਡਾ ਤੇ ਸੀ ਮਹਿਮਾ ਸਵਾਈ ਪਿੰਡ ਦੇ ਵਿੱਚ ਆ ਔਰ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਅਧਿਕਾਰੀ ਨੇ ਜਿਹੜੇ ਇੱਥੇ ਉਹ ਗੱਡੀਆਂ ਤੇ ਪਹੁੰਚੇ ਹੋਏ ਨੇ। ਪੰਜਾਬ ਦੇ ਜਿਹੜੇ ਚਾਹੇ ਉਹ ਵੱਡੇ ਬਿਲਡਰਸ ਹੋਵੇ, ਹੁਣ ਜਿਹੜੇ ਪੰਜਾਬੀ ਸਿੰਗਰ ਹੋਵੇ, ਉਹਨਾਂ ਤੇ ਕਿਤੇ ਨਾ ਕਿਤੇ ਸਿਕੰਜਾ ਜਿਹੜਾ ਹੈ, ਚਾਹੇ ਉਹ NIA ਦੀ ਅਸੀਂ ਗੱਲ ਕਰ ਲਈਏ, ਚਾਹੇ ਉਹ ਇਨਕਮ ਟੈਕਸ ਡਿਪਾਰਟਮੈਂਟ ਦੀ ਅਸੀਂ ਗੱਲ ਕਰ ਲਈਏ, ਲਗਾਤਾਰ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ ਹੈ। ਆਖਿਰ ਉਹਨਾਂ ਦੇ ਡਾਕੂਮੈਂਟੇਸ਼ਨ ਜਾਂ ਫਿਰ ਹੋਰ ਜਿਹੜੇ ਡਾਕੂਮੈਂਟ ਆਪਣੇ ਕਬਜ਼ੇ 'ਚ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰ ਕਿਹੜੀ ਚੀਜ਼ਾਂ ਨੇ, ਕਿਹੜੇ ਸੋਰਸ ਨੇ, ਕਿਸ ਤਰ੍ਹਾਂ ਦੀ ਚੀਜ਼ਾਂ ਨੇ, ਹੋਰ ਕਿਹੜਾ ਅਰਨਿੰਗ ਸੋਰਸ ਕੀ ਹੈ। ਉਧਰ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਹੋਈ ਛਾਪੇਮਾਰੀ ਵਿੱਚ 4 ਥਾਵਾਂ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਵਿੱਚ ਚੰਡੀਗੜ੍ਹ ਦੇ ਵਿੱਚ ਰਣਜੀਤ ਬਾਵਾ ਦਾ ਦਫ਼ਤਰ, ਉਹਨਾਂ ਦੇ PA ਡਿਪਟੀ ਵੋਰਾ ਦਾ ਘਰ, ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਤੇ ਮੋਹਾਲੀ ਦੇ ਸੈਕਟਰ 69 ਦੇ ਵਿੱਚ ਰਣਜੀਤ ਬਾਵਾ ਦੀ ਰਿਹਾਇਸ਼ ਇਨਕਮ ਟੈਕਸ ਮਹਿਕਮੇ ਦੀ ਟੀਮ ਜਾਂਚ ਕਰਨ ਲਈ ਪਹੁੰਚੀ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ। ਤਸਵੀਰਾਂ ਰਣਜੀਤ ਬਾਵਾ ਦੇ ਘਰ ਦੀਆਂ, ਸੈਕਟਰ 69 1553 ਨੰਬਰ ਦੀ ਇਹ ਰਿਹਾਇਸ਼ ਹੈ ਰਣਜੀਤ ਬਾਵਾ ਦੀ, ਜਿੱਥੇ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈ ਔਰ ਜਿੰਨੀਆਂ ਗੱਡੀਆਂ ਚਾਰੇ ਗੱਡੀਆਂ ਰਣਜੀਤ ਬਾਵਾ ਦੀਆਂ ਇੱਥੇ ਘਰ ਮੌਜੂਦ ਹੈ, ਉਹਨਾਂ ਦੀ ਵੀ ਤਲਾਸ਼ੀ ਲਿੱਤੀ ਜਾ ਰਹੀ ਹੈ। ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਉਹਨਾਂ ਦੇ ਅੰਦਰ ਕੀ ਕੁਝ ਮੌਜੂਦ ਹੈ ਔਰ ਅੰਦਰ ਵੀ ਕਿਸ ਤਰੀਕੇ ਦੇ ਜਿਹੜੇ ਦਸਤਾਵੇਜ਼ ਨੇ, ਕੀ ਕੁਝ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਣਜੀਤ ਬਾਵਾ ਅਤੇ ਕਮਰ ਗਰੇਵਾਲ ਦੇ ਰਿਹਾਇਸ਼ੀ ਟਿਕਾਣਿਆਂ ਤੇ ਕੀਤੀ ਗਈ ਕਾਰਵਾਈ ਦੌਰਾਨ ਕੀ ਕੁਝ ਸਵਾਲ ਜਵਾਬ ਹੋਏ ਅਤੇ ਇਹ ਕਾਰਵਾਈ ਹੋਈ ਕਿਉਂ, ਇਸ ਨੂੰ ਲੈ ਕੇ ਅਧਿਕਾਰਕ ਤੌਰ ਤੇ ਕੁਝ ਵੀ ਦੱਸਿਆ ਨਹੀਂ ਗਿਆ। ਪਰ ਇਹ ਜ਼ਰੂਰ ਹੈ ਕਿ ਇਹਨਾਂ ਦੋਵਾਂ ਗਾਇਕਾਂ ਦੀ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਅਤੇ ਉਸ ਤੋਂ ਬਾਅਦ ਵਿਦੇਸ਼ੀ ਟੂਰ ਪ੍ਰੋਗਰਾਮ ਦੇ ਇਨਕਮ ਟੈਕਸ ਮਹਿਕਮੇ ਦੀ ਰਡਾਰ ਤੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬਟਾਲਾ ਤੋਂ ਬਿਸ਼ੰਬਰ ਬਿੱਟੂ, ਬਠਿੰਡਾ ਤੋਂ ਸੂਰਜ ਪਾਨ ਅਤੇ ਮੋਹਾਲੀ ਤੋਂ ਅਮਨ ਭਾਰਦਵਾਜ ਦੇ ਨਾਲ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਆਈਟੀ ਦੀ ਰਡਾਰ ਦੇ ਉੱਤੇ ਤਾਂ ਸਿੰਗਰ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ। ਦੋ ਵੱਡੇ ਚਿਹਰੇ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ। ਰਣਜੀਤ ਬਾਵਾ ਦੇ ਬਟਾਲਾ ਵਿਚਲੇ ਘਰ ਦੇ ਉੱਤੇ ਇਨਕਮ ਟੈਕਸ ਦੀ ਰੇਡ ਖਤਮ ਹੋ ਗਈ, ਪਰ ਪਰਿਵਾਰ ਇਸ ਮਾਮਲੇ ਤੇ ਜ਼ਿਆਦਾ ਬੋਲਣ ਨੂੰ ਫਿਲਹਾਲ ਤਿਆਰ ਨਹੀਂ ਹੈ। ਇੱਥੇ ਵੀ ਕਈ ਘੰਟਿਆਂ ਤੱਕ ਆਈਟੀ ਵਿਭਾਗ ਦੇ ਅਧਿਕਾਰੀ ਪਹੁੰਚੇ ਹੋਏ ਸੀ, ਉੱਥੇ ਦਸਤਾਵੇਜ਼ ਖੰਗਾਲਦੇ ਰਹੇ। ਪਰਿਵਾਰ ਜਾਂ ਫਿਰ ਜਿਹੜੇ ਅਧਿਕਾਰੀ ਉੱਥੇ ਪਹੁੰਚੇ ਹੋਏ ਸੀ ਉਹ ਜ਼ਿਆਦਾ ਕੁਝ ਬੋਲਣ ਨੂੰ ਤਿਆਰ ਨਹੀਂ ਸੀ। ਹਾਲਾਂਕਿ ਕੁਝ ਦਸਤਾਵੇਜ਼ ਲੈ ਕੇ ਜਾ ਰਹੇ ਨੇ, ਇਹ ਤਸਵੀਰਾਂ ਦੇ ਵਿੱਚ ਜ਼ਰੂਰ ਕੈਦ ਹੋਇਆ ਹੈ। ਕਈ ਘੰਟਿਆਂ ਤੱਕ ਬਟਾਲਾ ਵਾਲੇ ਘਰ ਦੇ ਵਿੱਚ ਵੀ ਰਣਜੀਤ ਬਾਵਾ ਦੇ ਘਰ ਦੇ ਉੱਤੇ ਇਨਕਮ ਟੈਕਸ ਦਾ ਛਾਪਾ ਜੋ ਪਿਆ ਸੀ ਉਹ ਚੱਲਦਾ ਰਿਹਾ। ਉੱਥੇ ਕਾਰਵਾਈ ਕੀਤੀ ਜਾ ਰਹੀ ਸੀ ਇਨਕਮ ਟੈਕਸ ਦੀ ਟੀਮ ਦੇ ਵੱਲੋਂ। ਹਾਲਾਂਕਿ ਉਹ ਰੇਡ ਤਾਂ ਖਤਮ ਹੋ ਗਈ, ਪਰ ਉਸ ਤੋਂ ਬਾਅਦ ਪਰਿਵਾਰ ਜਾਂ ਫਿਰ ਜਿਹੜੇ ਉੱਥੇ ਅਧਿਕਾਰੀ ਪਹੁੰਚੇ ਹੋਏ ਸੀ ਉਹ ਮੀਡੀਆ ਦੇ ਸਵਾਲਾਂ ਦੇ ਉੱਤੇ ਕੁਝ ਨਹੀਂ ਬੋਲੇ ਤੇ ਉੱਥੋਂ ਨਿਕਲ ਗਏ। ਸਰ ਐਕਚੁਅਲੀ ਇਹ ਤੇ ਸਾਰਾ ਕੁਝ ਸੀਕ੍ਰੇਟ ਹੈ ਅਕੋਰਡਿੰਗ ਟੂ ਗਵਰਨਮੈਂਟ ਰੂਲਸ। ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ। ਉਹਨਾਂ ਨੇ ਉਹ ਆਪਣੀ ਗਵਰਨਮੈਂਟ ਡਿਊਟੀ ਨੂੰ ਬਾਉਂਡ ਸੀਗੇ, ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕੀਤਾ, ਜੋ ਉਹਨਾਂ ਦੀ ਡਿਊਟੀ ਸੀਗੀ ਉਹ ਕਰਕੇ ਗਏ, ਦੈਟਸ ਇਟ। ਅੰਦਰ ਇੰਨੇ ਦੇਰ ਬੈਠੇ ਰਹੇ ਨੇ, ਕੁਝ ਉਹਨਾਂ ਤਲਾਸ਼ੀ ਵਗੈਰਾ ਵੀ ਲਈ ਅੰਦਰ ਸਮਾਨ। ਸਰ ਦੈਟ ਇਜ਼ ਵੈਰੀ ਸੀਕ੍ਰੇਟ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਉਂਕਿ ਉਹ ਆਪਣੀ ਡਿਊਟੀ ਨੂੰ ਬਾਉਂਡ ਹੈ। ਜੇ ਸਭ ਕੁਝ ਪਬਲਿਕਲੀ ਕਰਨਾ ਹੁੰਦਾ ਤੇ ਮੇਬੀ ਉਹ ਤੁਹਾਨੂੰ ਆਪਣਾ ਇੰਟਰਵਿਊ ਦੇ ਕੇ ਜਾਂਦੇ, ਤੁਸੀਂ ਉਹਨਾਂ ਦੇ ਕੋਲ ਹੀ ਸੀਗੇ। ਮੈਂ ਤੇ ਜਸਟ ਇੱਕ ਹਾਂਜੀ ਫੈਮਿਲੀ ਮੈਂਬਰ ਦੇ ਤੌਰ ਤੇ ਆਈ ਹਾਂ, ਬਾਕੀ ਉਹਨਾਂ ਨੇ ਆਪਣੀ ਡਿਊਟੀ ਜਿਸ ਤਰ੍ਹਾਂ ਦੀ ਉਹਨਾਂ ਨੇ ਕਰਨੀ ਸੀਗੀ ਉਹਨਾਂ ਡਿਊਟੀ ਕੀਤੀ। ਬਸ ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਪੰਜਾਬ ਹਾਂਜੀ 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 ਉਹ ਚੰਡੀਗੜ੍ਹ ਨੇ, ਉਹ ਉੱਥੇ ਆਪਣੇ ਉਹ ਵੀ ਆਪਣੇ ਕੁਝ ਕਰ ਰਹੇ ਹੋਣਗੇ, ਮੈਨੂੰ ਨਹੀਂ ਪਤਾ। ਮੈਂ ਤੇ ਆਪਣੇ ਇਨ-ਲॉज ਸਹੁਰਿਆਂ ਤੋਂ ਆਈ ਹਾਂ ਜੀ। ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਵੀ ਕੁਝ ਬੋਲਣ ਨੂੰ ਫਿਲਹਾਲ ਤਿਆਰ ਨਹੀਂ। ਦੂਜੇ ਪਾਸੇ ਇਨਕਮ ਟੈਕਸ ਦੀ ਟੀਮ ਵੀ ਬਟਾਲਾ ਦੇ ਵਿੱਚ ਤਾਂ ਕੁਝ ਨਹੀਂ ਬੋਲੀ। ਉਧਰ ਬਾਵਾ ਰਣਜੀਤ ਬਾਵਾ ਦੇ ਬਟਾਲਾ ਵਾਲੇ ਘਰ ਦੇ ਉੱਤੇ ਜੋ ਇਨਕਮ ਟੈਕਸ ਦਾ ਛਾਪਾ ਪਿਆ ਸੀ ਉਹ ਤਾਂ ਕਨਕਲੂਡ ਕਰ ਦਿੱਤਾ ਗਿਆ, ਪਰ ਮੋਹਾਲੀ ਦੇ ਵਿੱਚ ਇਸ ਦੇ ਲੰਬੇ ਚੱਲਣ ਦੇ ਆਸਾਰ ਨੇ ਕਿਉਂਕਿ ਰੇਡ ਕਰ ਰਹੀ ਇਨਕਮ ਟੈਕਸ ਦੀ ਟੀਮ ਨੇ ਇੱਥੇ ਬਕਾਇਦਾ ਰਜਾਈ ਗੱਦੇ ਤੱਕ ਵੀ ਮੰਗਵਾ ਲਏ ਨੇ। ਉਹਨਾਂ ਦੇ ਲਈ ਰਜਾਈ ਤੇ ਗੱਦੇ ਵੀ ਪਹੁੰਚੇ ਨੇ, ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਪੂਰੀ ਰਾਤ ਚੱਲ ਸਕਦੀ ਹੈ ਤੇ ਲੰਬਾ ਟਾਈਮ ਇਸ ਪੂਰੀ ਰੇਡ ਨੂੰ ਲੱਗ ਸਕਦਾ ਹੈ। ਤਾਂ ਫਿਰ ਕਿਹੜੇ ਦਸਤਾਵੇਜ਼ ਨੇ ਜਿਹੜੇ ਮੋਹਾਲੀ ਵਾਲੇ ਘਰ ਦੇ ਵਿੱਚ ਮਿਲੇ ਨੇ ਜਿਨ੍ਹਾਂ ਨੂੰ ਖੰਗਾਲਿਆ ਜਾ ਰਿਹਾ, ਕੀ ਪੁੱਛ ਪੜਤਾਲ ਜਾਂ ਫਿਰ ਕੀ ਕੁਝ ਉੱਥੇ ਐਕਸ਼ਨ
ਇਸ ਸਮੇਂ ਕੀਤਾ ਜਾ ਰਿਹਾ। ਹਾਲਾਂਕਿ ਇਨਕਮ ਟੈਕਸ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਜਿਵੇਂ ਸਾਡੇ ਸਹਿਯੋਗੀ ਅਮਨ ਦੱਸ ਰਹੇ ਸਨ ਕਿ ਰਣਜੀਤ ਬਾਵਾ ਦੀਆਂ ਸਾਰੀਆਂ ਗੱਡੀਆਂ ਉਹਨਾਂ ਦੇ ਘਰ ਮੌਜੂਦ ਨੇ, ਗੱਡੀਆਂ ਤੱਕ ਦੀ ਤਲਾਸ਼ੀ ਲਈ ਗਈ, ਉਸ ਦੀਆਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ। ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਠਿਕਾਣਿਆਂ ਦੇ ਉੱਤੇ ਇਹ ਇਨਕਮ ਟੈਕਸ ਦੇ ਵੱਲੋਂ ਛਾਪੇ ਮਾਰੇ ਗਏ ਨੇ ਤੇ ਇਸ ਸਮੇਂ ਖਬਰ ਇਹ ਹੈ ਕਿ ਮੋਹਾਲੀ ਵਾਲੀ ਰੇਡ ਜਾਰੀ ਹੈ। ਉੱਥੇ ਇਨਕਮ ਟੈਕਸ ਦੀ ਟੀਮ ਦੇ ਲਈ ਜਿਹੜੇ ਗੱਦੇ, ਰਜਾਈਆਂ, ਠੰਡ ਦਾ ਮੌਸਮ ਹੈ ਤਾਂ ਉਹ ਵੀ ਮੰਗਵਾ ਲਏ ਗਏ ਨੇ। ਤਾਂ ਉਸ ਤੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਰੇਡ ਅਜੇ ਹੋਰ ਲੰਬੀ ਚੱਲ ਸਕਦੀ ਹੈ। ਬਾਵਾ ਦੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਮੋਹਾਲੀ ਵਿਖੇ ਰੇਡ ਜਾਰੀ ਹੈ ਔਰ ਤਸਵੀਰਾਂ ਤੁਸੀਂ ਵੇਖੋ ਕਿ ਜਿਹੜਾ ਇਨਕਮ ਟੈਕਸ ਵਿਭਾਗ ਹੈ ਉਹਨਾਂ ਵੱਲੋਂ ਪੂਰੀ ਰਾਤ ਰੇਡ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਹੁਣ ਤੱਕ ਰੇਡ ਦੀ ਸਮਾਪਤੀ ਜਿਹੜੀ ਉਹ ਨਹੀਂ ਹੋਈ ਹੈ ਔਰ ਜਿੰਨਾ ਸਮਾਨ ਹੈ, ਚਾਹੇ ਗੱਦੇ, ਬਿਸਤਰੇ, 22 ਤੋਂ 23 ਗੱਦੇ ਬਿਸਤਰੇ ਨੇ ਜੋ ਪਹੁੰਚੇ ਨੇ ਔਰ ਵਿਭਾਗ ਦੇ ਅਧਿਕਾਰੀ ਇੱਥੇ ਮੌਜੂਦ ਹੈ। ਲਗਾਤਾਰ ਜਿਹੜੀ ਰੇਡ ਹੈ ਉਹ ਚੱਲ ਰਹੀ ਹੈ, ਪੁੱਛਗਿੱਛ ਹੋ ਰਹੀ ਹੈ, ਜਿੰਨਾ ਰਿਕਾਰਡ ਹੈ ਉਸ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਔਰ ਸਵੇਰੇ 9:45 ਤੋਂ ਲੈ ਕੇ ਹੁਣ ਇਸ ਵਕਤ ਰਾਤ ਦੇ 8:15 ਹੋ ਰਹੇ ਨੇ, ਪਰ ਰੇਡ ਜਿਹੜੀ ਹੈ ਉਹ ਜਾਰੀ ਹੈ ਔਰ ਇਹ ਵੀ ਜਾਣਕਾਰੀ ਹੈ ਕਿ ਕੱਲ ਤੱਕ ਇਹ ਰੇਡ ਜਿਹੜੀ ਹੈ ਉਹ ਜਾਰੀ ਰਹੇਗੀ। ਇਹ ਦੇਖਣਾ ਹੋਏਗਾ ਕਿ ਕੱਲ ਕਿੰਨੇ ਵਜੇ ਤੱਕ ਇਹ ਰੇਡ ਖਤਮ ਹੁੰਦੀ ਹੈ, ਕਿਉਂਕਿ ਹੁਣ ਤੱਕ ਤਕਰੀਬਨ 12 ਘੰਟੇ ਹੋਣ ਨੂੰ ਨੇ ਕਿ ਰੇਡ ਜਿਹੜੀ ਹੈ ਉਹ ਇਨਕਮ ਟੈਕਸ ਵਿਭਾਗ ਕਰ ਰਿਹਾ ਹੈ, ਪੁੱਛਗਿੱਛ ਕਰ ਰਿਹਾ ਹੈ, ਪੂਰਾ ਜਿੰਨੀ ਡਿਟੇਲ ਹੈ, ਚਾਹੇ ਉਹ ਜਿਸ ਵੀ ਤਰੀਕੇ ਦੇ ਨਾਲ, ਚਾਹੇ ਉਹ ਕੈਸ਼ ਹੈ, ਚਾਹੇ ਉਹ ਕੋਈ ਸੋਨਾ ਹੈ, ਗਹਿਣੇ ਨੇ, ਤਾਂ ਕੋਈ ਕਾਗਜ਼ਾਤ ਨੇ, ਉਸ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਇਨਕਮ ਟੈਕਸ ਵਿਭਾਗ ਪੁੱਛਗਿੱਛ ਕਰਕੇ ਲੈ ਰਿਹਾ ਹੈ। ਔਰ ਇਹ ਤਸਵੀਰਾਂ ਨੇ ਮੋਹਾਲੀ ਦੇ ਰਣਜੀਤ ਬਾਵਾ ਦੇ ਘਰ ਦੀਆਂ। 4 ਟਿਕਾਣਿਆਂ ਤੇ ਰੇਡ ਹੋਈ ਸੀ, ਜਿਸ 'ਚ ਬਟਾਲਾ ਉਹਨਾਂ ਦੇ ਪੀਏ ਦਾ ਘਰ ਔਰ ਇਹ ਅਤੇ ਦਫ਼ਤਰ ਮੋਹਾਲੀ 69 ਸੈਕਟਰ ਦੀ ਇਹ ਰਿਹਾਇਸ਼ ਹੈ ਰਣਜੀਤ ਬਾਵਾ ਦੀ। ਹੁਣ ਅੱਜ ਰਾਤ ਇਨਕਮ ਟੈਕਸ ਵਿਭਾਗ ਜਿਹੜਾ ਹੈ ਉਹ ਇੱਥੇ ਮੌਜੂਦ ਰਹੇਗਾ। ਜਿਵੇਂ ਪ੍ਰੋਸੀਜਰ ਜਿਹੜਾ ਹੁੰਦਾ ਹੈ ਵਿਭਾਗ ਦਾ ਕਿ ਪੁੱਛਗਿੱਛ ਜਿਹੜੀ ਹੈ ਉਹ ਜਾਰੀ ਰਹੇਗੀ, ਰੇਡ ਜਿਹੜੀ ਹੈ ਉਹ ਕੰਟੀਨਿਊ ਰਹੇਗੀ ਔਰ ਸਵੇਰ ਤੱਕ, ਕੱਲ ਦੁਪਹਿਰ ਤੱਕ ਅਸੀਂ ਵੇਖ ਸਕਦੇ ਹਾਂ ਕਿ ਇਹ ਰੇਡ ਜਿਹੜੀ ਹੈ ਉਹ ਜਾਰੀ ਰਹੇਗੀ। ਹਾਲਾਂਕਿ ਰਣਜੀਤ ਬਾਵਾ ਜਿਹੜੇ ਗਾਇਕ ਨੇ ਉਹ ਅੰਦਰ ਮੌਜੂਦ ਨੇ, ਉਹਨਾਂ ਦੇ ਮਾਤਾ ਪਰਿਵਾਰ ਅੰਦਰ ਮੌਜੂਦ ਹੈ ਔਰ ਤੁਸੀਂ ਦੇਖੋ ਕਿ 2 ਗੱਡੀਆਂ 'ਚ ਸਮਾਨ ਇਨਕਮ ਟੈਕਸ ਵਿਭਾਗ ਦਾ ਹੈ, ਦੂਜੀ ਗੱਡੀ ਵੀ ਇੱਥੇ ਮੌਜੂਦ ਹੈ ਜਿਸ ਦੇ ਉੱਤੇ ਰਜਾਈਆਂ, ਬਿਸਤਰੇ, ਸਰਾਣੇ ਜਿਹੜੇ ਨੇ ਉਹ ਡਿਪਾਰਟਮੈਂਟ ਦੇ ਪਹੁੰਚੇ ਨੇ ਇੱਥੇ ਔਰ ਰੇਡ ਜਿਹੜੀ ਹੈ ਉਹ ਜਾਰੀ ਹੈ। ਪੁੱਛਗਿੱਛ ਜਿਹੜੀ ਹੈ ਉਹ ਹੋ ਰਹੀ ਹੈ। ਰਣਜੀਤ ਬਾਵਾ ਦੇ ਘਰ ਦੀ ਇਹ ਰਿਹਾਇਸ਼ ਹੈ, ਇਨਕਮ ਟੈਕਸ ਵਿਭਾਗ ਜਿਹੜਾ ਹੈ ਉਹ ਅੰਦਰ ਮੌਜੂਦ ਹੈ। ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਮੋਹਾਲੀ। ਤਾਂ ਪੰਜਾਬ ਦੇ 2 ਮਸ਼ਹੂਰ ਸਿੰਗਰਾਂ ਦੇ ਠਿਕਾਣਿਆਂ ਦੇ ਉੱਤੇ ਛਾਪੇ ਮਾਰੇ ਗਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ। ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਠਿਕਾਣੇ ਤੇ ਛਾਪੇ ਮਾਰੇ ਗਏ ਨੇ। ਇਹ ਰਣਜੀਤ ਬਾਵਾ ਦਾ ਜਿਹੜਾ ਮੋਹਾਲੀ ਵਾਲਾ ਘਰ ਹੈ ਉਸ ਦੇ ਉੱਤੇ ਇਨਕਮ ਟੈਕਸ ਦੀ ਟੀਮ ਪਹੁੰਚੀ, ਜਿਵੇਂ ਸਾਡੇ ਸਹਿਯੋਗੀ ਅਮਨ ਭਾਰਦਵਾਜ ਪੂਰੀ ਜਾਣਕਾਰੀ ਦੇ ਰਹੇ ਸਨ ਤੇ ਇਹ ਸਾਫ਼ ਕੀਤਾ ਗਿਆ ਕਿ ਉੱਥੇ ਇਨਕਮ ਟੈਕਸ ਦੀ ਟੀਮ ਦੇ ਲਈ ਰਜਾਈਆਂ, ਗੱਦੇ, ਜਿਹੜਾ ਹੋਰ ਸਮਾਨ ਜ਼ਰੂਰੀ ਹੁੰਦਾ ਹੈ ਉਹ ਵੀ ਪਹੁੰਚ ਚੁੱਕਿਆ ਹੈ। ਯਾਨੀ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਦੇ ਲਈ ਇਹ ਸਾਰੇ ਸਮਾਨ ਉੱਥੇ ਪਹੁੰਚੇ ਨੇ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਰੇਡ ਅਜੇ ਲੰਬੀ ਚੱਲ ਸਕਦੀ ਹੈ। ਤਾਂ ਦਸਤਾਵੇਜ਼ ਖੰਗਾਲਣ ਦੇ ਵਿੱਚ ਲੱਗੇ ਹੋਏ ਨੇ, ਪਰ ਕਿ ਵਾਕਈ ਇੰਨਾ ਜ਼ਿਆਦਾ ਸਮਾਂ ਲੱਗ ਰਿਹਾ ਹੈ ਔਰ ਕਿ ਕਿਸੇ ਜਾਣਕਾਰੀ ਦੇ ਆਧਾਰ ਦੇ ਉੱਤੇ ਕੀਤਾ ਗਿਆ ਇਹ ਪੂਰਾ ਛਾਪਾ ਮਾਰਿਆ ਗਿਆ ਹੈ। ਖੈਰ, ਇੱਕ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਔਰ ਅਖਾੜਿਆਂ ਤੋਂ ਲੈ ਕੇ ਵੱਡੇ ਵੱਡੇ ਪ੍ਰੋਗਰਾਮ ਤੇ ਉਸ ਤੋਂ ਬਾਅਦ ਫਿਲਮਾਂ, ਗਾਣੇ ਖੂਬ ਚਰਚਾ ਦੇ ਵਿੱਚ ਤਾਂ ਰਣਜੀਤ ਬਾਵਾ ਰਹਿੰਦੇ ਨੇ। ਰਣਜੀਤ ਬਾਵਾ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਖੂਬ ਚਰਚਾ ਦੇ ਵਿੱਚ ਰਹੇ ਨੇ। ਜਿਸ ਤਰੀਕੇ ਨਾਲ ਉਹ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਪਹੁੰਚ ਗਏ ਸੀ, ਤਾਂ ਇਹ ਵੱਡਾ ਨਾਮ ਹੈ ਪੰਜਾਬ ਦਾ। ਔਰ ਰਣਜੀਤ ਬਾਵਾ ਦੇ ਘਰ ਦੇ ਉੱਤੇ ਇਨਕਮ ਟੈਕਸ ਦੀ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਔਰ ਸੋਮਵਾਰ ਸਵੇਰ ਤੋਂ ਹੀ ਲਗਾਤਾਰ ਇਹ ਛਾਪਾ ਜਾਂ ਕਹੀਏ ਕਿ ਰੇਡ ਦੀ ਕਾਰਵਾਈ ਜਾਰੀ ਹੈ। ਆਈਟੀ ਦੇ ਰਡਾਰ ਦੇ ਉੱਤੇ ਨੇ। ਰਣਜੀਤ ਬਾਵਾ ਉੱਥੋਂ ਕੀ ਕੁਝ ਉਹਨਾਂ ਨੂੰ ਮਿਲਦਾ ਹੈ, ਹਾਸਲ ਹੋਇਆ, ਨਹੀਂ ਹੋਇਆ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ, ਆਮ ਤੌਰ ਤੇ ਜਿਹੜੀਆਂ ਰੇਡਸ ਹੁੰਦੀਆਂ ਨੇ ਕਈ ਵਾਰ ਬਹੁਤ ਲੰਬੀਆਂ ਨਹੀਂ ਚੱਲਦੀਆਂ, ਪਰ ਕੁਝ ਰੇਡਸ ਲੰਬੀਆਂ ਵੀ ਚੱਲਦੀਆਂ, ਜਿਵੇਂ ਕਿ ਰਣਜੀਤ ਬਾਵਾ ਦੇ ਘਰ ਦੇ ਉੱਤੇ ਮਾਰਿਆ ਗਿਆ ਇਹ ਛਾਪਾ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਜਗਦੀਸ਼ ਟਾਈਟਲਰ ਦੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਿੱਲੀ ਦੇ ਵਿੱਚ ਐਂਟਰ ਹੋਣ ਵਾਲੀ ਹੈ ਤੇ ਦਿੱਲੀ ਕਾਂਗਰਸ ਨੇ ਵੀ ਇਸ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਤਿਆਰੀ ਵਾਲੀ ਮੀਟਿੰਗ ਦੀਆਂ ਤਸਵੀਰਾਂ ਨੇ ਵਿਵਾਦ ਵੀ ਛੇੜ ਦਿੱਤਾ ਹੈ।
ਦਿੱਲੀ ਕਾਂਗਰਸ ਦੇ ਆਗੂਆਂ ਦੀ ਇਹ ਮੀਟਿੰਗ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਹੈ, ਜੋ ਯਾਤਰਾ ਛੇਤੀ ਹੀ ਦਿੱਲੀ 'ਚ ਐਂਟਰ ਹੋਣ ਵਾਲੀ ਹੈ। ਪਰ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਚਿਹਰਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਇਹ ਚਿਹਰਾ ਹੈ ਜਗਦੀਸ਼ ਟਾਈਟਲਰ ਦਾ। ਮੀਟਿੰਗ ਦੇ ਵਿੱਚ ਜਗਦੀਸ਼ ਟਾਈਟਲਰ ਨਜ਼ਰ ਆਏ ਤਾਂ ਬੀਜੇਪੀ ਆਗੂਆਂ ਨੇ ਕਾਂਗਰਸ ਦੇ ਖਿਲਾਫ ਮੋਰਚਾ ਖੋਲ ਦਿੱਤਾ। 1984 ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕਦੇ ਹੋਏ ਟਾਈਟਲਰ ਸਣੇ कांग्रेस ਨੂੰ ਘੇਰਿਆ ਗਿਆ। ऐसे लग रहा है कि ये कांग्रेस की भारत जोड़ो नहीं भारत तोड़ो यात्रा है। ऐसा लग रहा है कि इस यात्रा के पीछे कोई मंतव्य एक ये है कि कैसे देश में आगजनी की जाए। लेकिन बड़ा सवाल आज देश का राहुल गांधी से और सोनिया गांधी से ये है, क्या ऐसे कातलों को साथ लेकर भारत को जोड़ा जा सकता है या तोड़ा जा सकता है। उधर जगदीश टाइटलर भी 84 ਤੇ ਖੁੱਲ ਕੇ ਬੋਲੇ ਤੇ ਦਾਅਵਾ ਕਰ ਦਿੱਤਾ ਕਿ ਮੇਰਾ ਤਾਂ ਨਾਮ ਕਿਸੇ ਵੀ FIR ਦੇ ਵਿੱਚ ਸ਼ਾਮਿਲ ਤੱਕ ਨਹੀਂ ਤੇ ਦਾਅਵਾ ਤਾਂ ਇੱਥੋਂ ਤੱਕ ਹੋਇਆ ਕਿ ਉਹਨਾਂ ਨੂੰ ਤਾਂ CBI ਤੋਂ ਕਲੀਨ ਚਿੱਟ ਮਿਲੀ ਹੋਈ ਹੈ। हमें मालूम है कि हम राहुल जी के प्रोग्राम के अंदर इट इज़ एक्चुअली गॉट ए होल नेशन वर्किंग ऑन इट, होल वर्ल्ड इज एक्चुअली लुकिंग एट इट। Nowhere has ever we have seen this thing what happened with Indira Gandhi's time, and this again we are seeing this at Rahul Gandhi's time. People are just joining you. Now we have to make arrangement for them too. ਟਾਈਟਲਰ ਦੇ ਵੱਲੋਂ ਖੁਦ ਨੂੰ ਨਿਰਦੋਸ਼ ਦੱਸਣ ਦੀ ਦੇਰ ਸੀ ਤਾਂ ਵਿਰੋਧੀਆਂ ਨੇ ਪਲਟਵਾਰ ਕਰਨ ਦੇ ਵਿੱਚ ਦੇਰ ਨਹੀਂ ਲਗਾਈ। ਜਿਹੜੇ ਜਗਦੀਸ਼ ਟਾਈਟਲਰ ਨੇ 1984 ਚ ਦਰਦ ਦੀ ਪ੍ਰਕਾਸ਼ਤਾ ਦਿੱਤੀ, ਜਿਨੇ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ, ਜਿਨੇ ਗੁਰਦੁਆਰੇ ਸਾੜਤੇ, ਜਿਨੇ ਦੁਕਾਨਾਂ ਸਾੜੀਆਂ, ਜਿਨੇ ਸਿੱਖ ਕਤਲੋ ਗਾਰਤ ਕਰਾਇਆ, ਉਹ ਰਾਹੁਲ ਗਾਂਧੀ ਦੇ ਸਹਿ ਯਾਤਰੀ ਬਣੇ। ਬੜੇ ਦੁੱਖ ਦੀ ਗੱਲ ਹੈ। 1984 ਚ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਟਾਈਟਲਰ ਦੇ ਉੱਤੇ ਸਵਾਲ ਉੱਠਦੇ ਰਹੇ ਨੇ ਤੇ ਜਦੋਂ ਟਾਈਟਲਰ ਕਾਂਗਰਸ ਦੀਆਂ ਸਭਾਵਾਂ ਦੇ ਵਿੱਚ ਨਜ਼ਰ ਆਏ ਤਾਂ ਵਿਰੋਧੀਆਂ ਦੇ ਵਿਰੋਧ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪਿਆ। ਦਿੱਲੀ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਭਾਰਤ ਜੋੜੋ ਯਾਤਰਾ ਦਿੱਲੀ ਦੇ ਵਿੱਚ ਐਂਟਰ ਹੋਣ ਵਾਲੀ ਹੈ। ਰਾਹੁਲ ਗਾਂਧੀ ਦੱਖਣ ਤੋਂ ਸ਼ੁਰੂ ਕਰਦੇ ਨੇ ਭਾਰਤ ਜੋੜੋ ਯਾਤਰਾ ਤੇ ਦਿੱਲੀ ਤੱਕ ਫਿਲਹਾਲ ਪਹੁੰਚੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਜੋ ਕਿਹਾ ਜਾ ਰਿਹਾ ਕਿ 4 ਜਾਂ 5 ਜਨਵਰੀ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ 'ਚ ਵੀ ਐਂਟਰ ਕਰੇਗੀ, 4 ਜਾਂ 5 ਤਰੀਕ ਦੇ ਨੇੜੇ। ਬਹੁਤ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਵਾਪਸ ਆਵਾਂਗੇ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਦੇ ਨਾਲ।